ਅੱਜ ਪਹਿਲੀ ਵਾਰ ਹਮਦਰਦ ਟੀਵੀ ਦੇ ਉੱਤੇ ਗੱਲਬਾਤ ਕਰਵਾਉਂਦੇ ਆ ਉਹਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਜਿਨ੍ਹਾਂ ਨੇ ਪੁਲਿਸ ਦੀਆਂ ਡਾਂਗਾਂ ਖਾਧੀਆਂ ਪਰ ਬਿਲਕੁਲ ਡੋਲੇ ਨਹੀਂ, ਹੌਸਲੇ ਬੁਲੰਦ ਰੱਖੇ। ਇਹਨਾਂ ਦੀ ਹੀ ਉਹ ਤਸਵੀਰ ਸੀਗੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਵਾਇਰਲ ਹੁੰਦੀ ਹੈ। ਇੱਕ ਵੱਡੀ ਕੁਰਬਾਨੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਛੇੜਦੇ ਵੀ ਹੋਣਗੇ ਪਿੰਡ ਦੇ ਨੌਜਵਾਨ ਵੀ, ਜਾਂ ਜਦੋਂ ਕਿਸੇ ਦੇ ਕੋਲ ਬਹਿੰਦੇ ਆ, ਸੱਥ 'ਚ ਬਹਿੰਦੇ ਜਦੋਂ, ਉਦੋਂ ਫਿਰ ਬਾਪੂ ਨੂੰ ਕਿਸ ਨਾਂ ਦੇ ਨਾਲ ਫਿਰ ਹੁਣ ਪਛਾਣਦੇ ਨੇ? ਇਹ ਬਾਪੂ ਡਾਂਗਾ ਵਾਲਾ ਕਹਿ ਕੇ ਮੈਨੂੰ ਬਾਹਲੇ ਉੱਥੇ ਬੁਲਾਉਂਦੇ ਵੀ ਬਾਪੂ ਦੇ ਡਾਂਗਾ ਵੱਜੀਆਂ, ਬਾਪੂ ਇਹ ਡਾਂਗਾ ਵਾਲਾ। ਹਾਂਜੀ, ਸਾਰੇ ਡਾਂਗਾ ਵਾਲਾ ਬਾਪੂ ਹੀ ਕਹਿੰਦੇ ਆ ਜੀ। ਪੂਰੇ ਪੰਜਾਬ 'ਚ ਹੀ ਡਾਂਗਾ ਵਾਲਾ ਬਾਪੂ ਵੱਜਦਾ ਜੀ, ਨਾ ਹੀ ਡਾਂਗਾ ਵਾਲਾ ਬਾਪੂ। ਅੱਛਾ, ਜਦੋਂ ਉਹ ਡਾਂਗਾ ਵਰ ਰਹੀਆਂ ਸੀਗੀਆਂ ਉੱਥੇ ਫਿਰ ਉਸ ਤੋਂ ਪਹਿਲਾਂ ਵੀ ਜਦੋਂ ਇੱਕ ਤਾਂ ਤਸਵੀਰ ਵਾਇਰਲ ਹੋ ਗਈ ਜਦੋਂ ਤੁਹਾਡੇ ਮਾਰਦੇ ਡਾਂਗ ਸੀਗੀ, ਤੇ ਉਹ ਤਸਵੀਰ ਸਾਰਿਆਂ ਨੇ ਦੇਖ ਲਈ। ਉਸ ਤੋਂ ਪਹਿਲਾਂ ਕਿੰਨੀਆਂ ਕੁ ਵੱਜ ਗਈਆਂ ਸੀ? ਉਸ ਤੋਂ ਪਹਿਲਾਂ ਮੇਰੇ ਵਾਹ ਵੱਜੀਆਂ ਸੀ। ਇਹ ਪਤਾ ਨਹੀਂ ਕਿਹੜੇ ਵੇਲੇ ਉਹਨੇ ਫੋਟੋ ਖਿੱਚ ਲਿਆ। ਇਹ ਜਦੋਂ ਮੇਰੇ ਮਾਰਦਾ ਹੈਗਾ ਤੇ ਮੇਰੇ ਹੱਥ 'ਚ ਕੋਹ ਨੇ, ਤੇ ਇਹ ਡਾਂਗਾ ਮਾਰਦਾ, ਪਿਛਲੇ ਨੇ ਬਹੁਤ ਆਣ ਕੇ ਮੈਨੂੰ ਕੁੱਟਿਆ। ਅਥਰੂ ਗੈਸ ਵੀ ਛੱਡੀ, ਡਾਂਗਾਂ ਵੀ ਭਰਾਈਆਂ। ਉਹਦੇ ਤਹਿਤ ਹੀ ਇਹਨਾਂ ਸਾਥੀਆਂ ਦੇ ਡਾਂਗਾਂ ਵੱਜੀਆਂ। ਕੁਛ ਬਚ ਗਏ, ਕਈਆਂ ਨੂੰ ਨੇੜੇ ਪਤਾ ਨਹੀਂ ਲੱਗਦਾ, ਅਸੀਂ ਵੀ ਨਾਲ ਹੀ ਸੀ ਉਦੋਂ। ਕਿੰਨੀ ਕੁ ਉਮਰ ਹੋ ਗਈ ਹੈ ਬਾਪੂ ਜੀ, ਔਰ ਖੇਤੀਬਾੜੀ ਕਿੰਨੀ ਕੁ ਕਰਦੇ? ਖੇਤੀਬਾੜੀ ਮੇਰਾ ਸਿਰਫ ਕਿੱਲਾ ਇੱਕੋ ਹੀ ਆ, ਬਾਕੀ ਆਪਣੇ ਠੇਕੇ ਠੁਕੇ ਲੈ ਕੇ ਗੁਜ਼ਾਰਾ ਕਰਦੇ ਆ। ਜ਼ਮੀਰ ਤੇ ਗੀਰ ਬਚਾਉਣ ਲਈ, ਜਲ ਤੇ ਜੰਗਲ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੇ ਸੀ, ਤੇ ਲਗਾਤਾਰ ਇਸ ਕਰਕੇ ਵੀ 24 ਤੱਕ ਵੀ ਸਾਨੂੰ ਜਾਵਾਂਗੇ। ਇਹ ਸਾਨੂੰ ਜਿਹੜੀਆਂ ਡਾਂਗਾਂ ਵੱਜੀਆਂ, ਸਾਨੂੰ ਕੋਈ ਡਾਂਗਾਂ ਦੀ ਦੂਜਾ ਮਾਰਾ ਮਹਿਸੂਸ ਨਹੀਂ ਹੋਈਆਂ। ਤੇ ਡਾਂਗਾਂ ਜਿਹੜੀਆਂ ਵੱਜੀਆਂ ਵਾ, ਇਹ ਮੇਰੇ ਇਕੱਲੇ ਦੇ ਨਹੀਂ ਵੱਜਿਆ, ਸਾਰੀ ਕਿਸਾਨੀ ਦੇ। ਹਾਂਜੀ, ਮਾਣ ਤਾਂ ਬਹੁਤ ਮਹਿਸੂਸ ਹੁੰਦਾ ਜੀ, ਕਿਉਂਕਿ ਸਾਡੇ ਬਜ਼ੁਰਗ ਆ, ਇਹਨਾਂ ਤੋਂ ਹੀ ਗਾਂ ਸਾਨੂੰ ਅੱਗੇ ਸਿੱਖਿਆ ਮਿਲਦੀ ਹੈ। ਇਹਨਾਂ ਦੇ ਨਾਲ ਹੀ ਅਸੀਂ ਸੰਘਰਸ਼ ਗਾਂ ਲੜਾਂਗੇ ਜਦੋਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨੀ ਸੰਘਰਸ਼ ਨੂੰ 1 ਸਾਲ ਹੋ ਚੁੱਕਿਆ। ਹਾਲਾਂਕਿ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇਗਾ। ਔਰ ਅੱਜ ਦੀ ਇੱਕ ਅਹਿਮ ਬੈਠਕ ਦੇ ਵਿੱਚ ਕੈਬਨਿਟ ਦੀ ਬੈਠਕ ਹੋਈ ਹੈ ਕੇਂਦਰ ਦੇ ਵੱਲੋਂ। ਉਸ ਮੀਟਿੰਗ ਦੇ ਵਿੱਚ ਵੀ ਜਿਹੜਾ ਇਹਨਾਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਹੈ, ਉਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਪਰ ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਯੋਧੇ ਅੱਜ ਵੀ ਡਟੇ ਹੋਏ ਨੇ, ਜਿਨ੍ਹਾਂ ਨੂੰ ਇਸ ਸੰਘਰਸ਼ ਦੇ ਵਿੱਚ ਰਹਿ ਕੇ ਬੇਸ਼ੱਕ ਪੁਲਿਸ ਦੀਆਂ ਡਾਂਗਾਂ ਵੀ ਖਾਣੀਆਂ ਪਈਆਂ, ਪਰ ਪ੍ਰਸਿੱਧੀ ਵੀ ਵਿਸ਼ਵ ਪੱਧਰ ਦੇ ਉੱਤੇ ਮਿਲੀ। ਮੈਂ ਜਿਸ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਉਸ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਹੈ। ਇਹ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇਸ ਨੂੰ ਦੇਖਦੇ ਸਾਰ ਤੁਹਾਨੂੰ ਉਸ ਸ਼ਖਸ ਦੀ ਪਹਿਚਾਣ ਆ ਗਈ ਹੋਊਗੀ। ਤਾਂ ਅੱਜ ਪਹਿਲੀ ਵਾਰ ਹਮਦਰਦ ਟੀਵੀ ਦੇ ਉੱਤੇ ਗੱਲਬਾਤ ਕਰਵਾਉਂਦੇ ਆ ਉਹਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਜਿਨ੍ਹਾਂ ਨੇ ਪੁਲਿਸ ਦੀਆਂ ਡਾਂਗਾਂ ਖਾਧੀਆਂ ਪਰ ਬਿਲਕੁਲ ਡੋਲੇ ਨਹੀਂ, ਹੌਸਲੇ ਬੁਲੰਦ ਰੱਖੇ। ਤਾਂ ਕਪੂਰਥਲਾ ਜ਼ਿਲ੍ਹੇ ਦੇ ਵਸਨੀਕ ਬਾਪੂ ਸੁਖਦੇਵ ਸਿੰਘ ਜੀ ਹੋਰਾਂ ਦੇ ਕੋਲ ਪਹੁੰਚੇ ਹਾਂ। ਇਹਨਾਂ ਦੀ ਹੀ ਉਹ ਤਸਵੀਰ ਸੀਗੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਵਾਇਰਲ ਹੁੰਦੀ ਹੈ। ਇੱਕ ਵੱਡੀ ਕੁਰਬਾਨੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਔਰ ਵੱਡੀ ਗੱਲ ਹੈ ਕਿ ਜਦੋਂ ਕਿਤੇ ਅਜਿਹੀ ਕਿਸੇ ਦੇ ਨਾਲ ਘਟਨਾ ਵਾਪਰਦੀ ਹੈ, ਕੋਈ ਪੁਲਿਸ ਕਿਸੇ ਦੇ ਲਾਠੀ ਚਾਰਜ ਕਰਦੀ ਹੈ ਜਾਂ ਮਾਰਦੀ ਕੁੱਟਦੀ ਹੈ, ਤਾਂ ਇਨਸਾਨ ਕਹਿੰਦਾ ਵੀ ਕਿਤੇ ਵਾਇਰਲ ਨਾ ਹੋ ਜਾਏ, ਮੇਰੀ ਬੇਇੱਜ਼ਤੀ ਨਾ ਹੋ ਜਾਏ। ਪਰ ਬਾਪੂ ਜੀ ਨੂੰ ਪ੍ਰਸਿੱਧੀ ਮਿਲੀ ਹੈ। ਤਾਂ ਬਾਪੂ ਜੀ ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ? ਵਧੀਆ ਜੀ। ਅੱਛਾ ਬਾਪੂ ਜੀ, 1 ਸਾਲ ਹੋ ਚੱਲਿਆ ਹੈ। ਉਹ ਤਸਵੀਰ, ਉਹ ਮੌਕਾ ਅੱਜ ਵੀ ਦਿਮਾਗ ਦੇ ਵਿੱਚ ਆਉਂਦਾ? ਇਹ ਜਿਹੜਾ ਸਾਲ ਸਾਨੂੰ ਹੋ ਗਿਆ ਵਾ, ਉਹ ਮੌਕਾ ਸਾਨੂੰ ਅੱਜ ਵੀ ਆਉਂਦਾ। ਤੇ ਜੇ ਸਾਨੂੰ ਲਿਖ ਕੇ ਦੇਣਗੇ ਕਾਨੂੰਨ, ਜਿਹੜੇ ਆ ਤਿੰਨੇ ਲਿਖ ਕੇ ਦੇਣਗੇ, ਤੇ ਫਿਰ ਅਸੀਂ ਵਾਪਸ ਆਵਾਂਗੇ। ਜੇ ਲਿਖਤੀ ਰੂਪ 'ਚ ਨਾ ਦੇਣਗੇ, ਫਿਰ ਅਸੀਂ ਉੱਥੇ ਫਿਰ ਧਰਨਾ ਉਸੇ ਤਰ੍ਹਾਂ ਲੱਗਾ ਰਹੂਗਾ। ਅੱਛਾ, ਤਸਵੀਰ ਦੇ ਬਾਰੇ ਗੱਲ ਕਰਦੇ ਹਾਂ। ਬੜੀ ਵਾਇਰਲ ਹੋਈ ਸੀ ਤੁਹਾਡੀ ਉਹ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ, ਹੈ ਨਾ। ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋ ਜਾਣ, ਲੋਕ ਤਾਂ ਡਰਦੇ ਵੀ ਕਿਤੇ ਵਾਇਰਲ ਨਾ ਹੋ ਜਾਏ, ਲੋਕਾਂ 'ਚ ਨਾ ਚਲੀ ਜਾਵੇ ਪੁਲਿਸ ਕੁੱਟ ਰਹੀ ਹੈ ਮੈਨੂੰ, ਡੰਡੇ ਮਾਰ ਰਹੀ ਹੈ। ਤੁਹਾਡੀ ਤਾਂ ਵਾਇਰਲ ਇੰਨੀ ਹੋ ਗਈ, ਤੁਹਾਨੂੰ ਲੋਕਾਂ ਨੇ ਪ੍ਰਸਿੱਧ ਬਹੁਤ ਕਰ ਦਿੱਤਾ। ਲੋਕਾਂ ਨੇ ਸਾਨੂੰ ਤਸਵੀਰ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਵਾ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਸਾਨੂੰ ਜਿਹੜੀਆਂ ਡਾਂਗਾਂ ਵੱਜੀਆਂ ਵਾ, ਸਾਨੂੰ ਕੋਈ ਡਾਂਗਾਂ ਦੀ ਦੂਜਾ ਮਾਰਾ ਮਹਿਸੂਸ ਨਹੀਂ ਹੋਈਆਂ। ਤੇ ਡਾਂਗਾਂ ਜਿਹੜੀਆਂ ਵੱਜੀਆਂ ਵਾ, ਇਹ ਮੇਰੇ ਇਕੱਲੇ ਦੇ ਨਹੀਂ ਵੱਜਿਆ, ਸਾਰੀ ਕਿਸਾਨੀ ਦੇ ਵੱਜੀਆਂ ਸੀ।
ਅੱਛਾ, ਉਦੋਂ ਜਦੋਂ ਇਹ ਸਾਰਾ ਲਾਠੀ ਚਾਰਜ ਹੋਇਆ, ਡਾਂਗਾ ਵੱਜੀਆਂ ਵੀ, ਤਸਵੀਰਾਂ ਵੀ ਆ ਗਈਆਂ, ਉਦੋਂ ਮਨ ਦੇ ਵਿੱਚ ਕਿਤੇ ਐਂ ਤਾਂ ਨਹੀਂ ਹੋਇਆ ਯਾਰ ਵੀ ਮੇਰੀ ਇਹ ਕਿਤੇ, ਹਰ ਬੰਦਾ ਆਪਣੀ ਇੱਜ਼ਤ ਦੇ ਨਾਲ ਵੀ ਇਸ ਚੀਜ਼ ਨੂੰ ਜੋੜ ਕੇ ਦੇਖਦਾ ਹੈ, ਤੁਹਾਡੇ ਪ੍ਰਤੀ ਫਿਰ ਕਿੱਦਾਂ ਦਾ ਪ੍ਰਤੀਕਰਮ ਸੀਗਾ ਲੋਕਾਂ ਦਾ, ਰਿਸ਼ਤੇਦਾਰਾਂ ਦਾ, ਪਿੰਡ ਵਾਸੀਆਂ ਦਾ? ਸਾਨੂੰ ਬਹੁਤ ਵਧੀਆ, ਚੰਗੀ ਤਰ੍ਹਾਂ ਜਿਹੜੀਆਂ ਤਸਵੀਰਾਂ ਵਧੀਆ ਲੱਗੀਆਂ ਤੇ ਸਾਨੂੰ ਪਿੰਡ ਵਾਲਿਆਂ ਨੇ ਬਹੁਤ ਧੰਨਵਾਦ ਕੀਤਾ। ਉੱਥੇ ਜਿਹੜੇ ਆਪਣੇ ਸੰਘੂ ਬੱਡ ਤੇ ਉਹਨਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ। ਅੱਛਾ, ਪਛਾਣ ਦੇ ਵਿੱਚ ਫਰਕ ਪਿਆ? ਪਹਿਲਾਂ ਵੀ ਤੁਸੀਂ ਕਿਸਾਨੀ ਮੋਰਚੇ ਦੇ ਨਾਲ ਜੁੜਦੇ ਹੋਵੋਗੇ, ਜਦੋਂ ਕਿਸਾਨੀ ਦੇ ਨਾਲ ਕਿਤੇ ਧਰਨਾ ਚੱਲਦਾ ਹੋਊਗਾ ਜਾਂ ਕਿਤੇ ਵੀ ਕੋਈ ਪ੍ਰੋਟੈਸਟ ਹੁੰਦਾ ਹੋਊਗਾ, ਕੁਝ ਪਹਿਚਾਣ ਨੂੰ ਫਰਕ ਪਿਆ ਸੀ ਫਿਰ ਉਹ ਜਿਹੜੀ ਤਸਵੀਰ ਵਾਇਰਲ ਹੋਈ ਉਸ ਤੋਂ ਬਾਅਦ? ਇਹ ਪਹਿਚਾਣ ਨੂੰ ਸਾਡੇ ਫਰਕ ਤੇ ਪਹਿਲਾਂ ਜਦੋਂ ਅਸੀਂ ਕਿਸਾਨੀ ਸੰਘਰਸ਼ 'ਚ ਅਸੀਂ ਹੁਣੇ ਜੁੜੇ ਆ, ਜਦੋਂ ਕਿਸਾਨੀ ਸੰਘਰਸ਼ ਚੱਲਿਆ, ਸੰਘਰਸ਼ ਚੱਲਿਆ, ਅਸੀਂ ਉਦੋਂ ਜੁੜੇ ਆ। ਤਸਵੀਰ ਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ ਜੇ ਵਾਇਰਲ ਹੋਈ ਨੂੰ। ਤੇ ਅੱਛਾ, ਇਹ ਪਹਿਚਾਣ ਫਿਰ ਲੋਕ ਕੀ ਕਹਿ ਕੇ ਫਿਰ ਛੇੜਦੇ ਵੀ ਹੋਣਗੇ ਪਿੰਡ ਦੇ ਨੌਜਵਾਨ ਵੀ, ਜਾਂ ਜਦੋਂ ਕਿਸੇ ਦੇ ਕੋਲ ਬਹਿੰਦੇ ਆ, ਸੱਥ 'ਚ ਬਹਿੰਦੇ ਜਦੋਂ, ਫਿਰ ਉਦੋਂ ਫਿਰ ਬਾਪੂ ਨੂੰ ਕਿਸ ਨਾਂ ਦੇ ਨਾਲ ਫਿਰ ਹੁਣ ਪਛਾਣਦੇ ਨੇ? ਇਹ ਬਾਪੂ ਡਾਂਗਾ ਵਾਲਾ ਕਹਿ ਕੇ ਮੈਨੂੰ ਬਾਹਲੇ ਉੱਥੇ ਬੁਲਾਉਂਦੇ ਸੀ। ਅੱਛਾ, ਵੀ ਬਾਪੂ ਦੇ ਡਾਂਗਾ ਵੱਜੀਆਂ, ਬਾਪੂ ਇਹ ਡਾਂਗਾ ਵਾਲਾ। ਹਾਂਜੀ। ਫਿਰ ਡੋਲਿਆ ਤਾਂ ਨਹੀਂ ਮਨ ਵੀ ਇੱਕ ਵਾਰੀ ਡਾਂਗਾ ਵੱਜ ਗਿਆ ਕਿਤੇ ਮੁੜ ਕੇ ਜਾਣੇ ਕਿਤੇ ਫੇਰ ਨਾ ਡਾਂਗਾ ਉੱਥੇ ਵੱਜਣ? ਇਹ ਚੰਗੇ ਕੰਮ ਕਰੀਏ ਤੇ ਮਨ ਕਦੇ ਵੀ ਨਹੀਂ ਡੋਲਦਾ, ਸਗੋਂ ਅੱਗੇ ਨੂੰ ਹੋਰ ਹੌਸਲਾ ਵੱਧਦਾ ਵਾ। ਭਾਵੇਂ ਸਾਡੇ ਉੱਥੇ ਗੋਲੀਆਂ ਵੱਜ ਜਾਂਦੀਆਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਗੋਲੀਆਂ ਖਾ ਕੇ ਵੀ ਅਸੀਂ, ਭਾਵੇਂ ਸਾਡੀ ਜਾਨ ਚੱਲ ਜਾਂਦੀ ਤਾਂ ਅਸੀਂ ਸੰਘਰਸ਼ 'ਚ ਰਹਿਣਾ। ਅੱਛਾ, ਕਿੰਨੀ ਕੁ ਉਮਰ ਹੋ ਗਈ ਹੈ ਬਾਪੂ ਜੀ, ਔਰ ਖੇਤੀਬਾੜੀ ਕਿੰਨੀ ਕੁ ਕਰਦੇ ਹੋ? ਖੇਤੀਬਾੜੀ ਮੇਰਾ ਸਿਰਫ ਕਿੱਲਾ ਇੱਕੋ ਹੀ ਆ। ਅੱਛਾ। ਬਾਕੀ ਆਪਣੇ ਠੇਕੇ ਠੁਕੇ ਲਾ ਕੇ ਗੁਜ਼ਾਰਾ ਕਰਦੇ ਆ। ਮੱਝਾਂ ਮੁੱਝਾਂ ਰੱਖੀਆਂ ਵਾ, ਦੁੱਧ ਦੱਧ ਪਾਈਦਾ ਵਾ, ਤੇ ਦੁੱਧ ਦੱਧ ਪਾ ਕੇ ਗੁਜ਼ਾਰਾ ਗੁਜ਼ਾਰਾ ਚੱਲ ਕਰਦਾ। ਦਿੱਲੀ ਫਿਰ ਉਸ ਤੋਂ ਬਾਅਦ ਵੀ ਲਗਾਤਾਰ ਗੇੜੇ ਰੱਖਦੇ ਨੇ ਮੋਰਚੇ ਦੇ ਵਿੱਚ? ਲਗਾਤਾਰ ਅਸੀਂ 9 ਮਹੀਨੇ ਉੱਥੇ ਰਹੇ ਆ ਮੋਰਚੇ ਦੇ ਵਿੱਚ। 3 ਮਹੀਨਿਆਂ ਬਾਅਦ ਅਸੀਂ ਆਏ ਕਿ ਮੁੜ ਕੇ ਸਾਡੇ ਗੁੱਡੀ ਦਾ ਵਿਆਹ ਸੀ। ਅੱਛਾ ਜੀ। ਉਹਦਾ ਕਰਕੇ ਸਾਨੂੰ ਫਿਰ ਆਉਣਾ ਪਿਆ। ਹੁਣ ਫਿਰ ਤਿਆਰੀ ਹੈ ਫਿਰ ਮੋਰਚੇ ਦੇ ਵਿੱਚ ਜਾਣ ਦੀ? ਕੱਲ੍ਹ ਨੂੰ ਫਿਰ ਵੱਡੇ ਪ੍ਰੋਗਰਾਮ ਨੇ ਉੱਥੇ, ਪ੍ਰੋਟੈਸਟ ਦਾ ਵੀ ਰੱਖਿਆ ਗਿਆ ਹੈ? ਕੱਲ੍ਹ ਅਸੀਂ, ਸਾਡੀ ਫੁੱਲ ਤਿਆਰੀ ਆ, ਸਾਡੇ ਟਰੈਕਟਰ ਐਨ ਤਿਆਰ ਕੀਤੇ ਆ। ਅਸੀਂ ਕੱਲ੍ਹ ਨੂੰ 10 ਵਜੇ ਨਾਲ ਤੁਰਾਂਗੇ, ਦਿੱਲੀ ਨੂੰ ਰਵਾਨਾ ਹੋਵਾਂਗੇ। ਬਜ਼ੁਰਗ ਹੋਰ ਵੀ ਨਾਲ ਨੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਨੇ। ਔਰ ਪ੍ਰਧਾਨ ਜੀ, ਇੱਕ ਤਸਵੀਰ ਬਹੁਤ ਵਾਇਰਲ ਹੋਈ ਸੀ, ਤੁਹਾਡੇ ਜਥੇਬੰਦੀ ਦੇ ਕਿਸਾਨ ਨੇ, ਉਹ ਤਸਵੀਰਾਂ ਜਦੋਂ ਵਾਇਰਲ ਹੋਈਆਂ ਤੁਹਾਡੇ ਤੱਕ ਪਹੁੰਚੀ ਸੀ, ਉਦੋਂ ਫਿਰ ਪ੍ਰਤੀਕਰਮ ਕਿਸ ਤਰੀਕੇ ਦਾ ਸੀਗਾ ਮਨ ਦੇ ਵਿੱਚ? ਸਾਨੂੰ ਅਸਲ ਜਦੋਂ ਅਸੀਂ ਤੁਰਦੇ ਹਾਂ, ਸੰਘਰਸ਼ ਕਰਦੇ ਹਾਂ, ਸਾਨੂੰ ਪਤਾ ਕਿ ਇਹੋ ਜਿਹੀਆਂ ਕਹਾਣੀਆਂ ਵਾਪਰ ਸਕਦੀਆਂ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਉਹਨਾਂ ਤੁਹਾਨੂੰ ਹਰਿਆਣਾ ਨਹੀਂ ਲੰਘਣ ਦੇਣਾ, ਕਿਉਂਕਿ ਅਸੀਂ 25 ਨੂੰ ਇੱਥੋਂ ਤੁਰ ਪਏ ਸੀ ਤੇ ਅਸੀਂ 26 ਰਾਤ ਨੂੰ ਸਿੰਘੂ ਉਹ ਲੰਘੇ ਸੀਗਾ ਆਪਣਾ ਸਿੰਘ ਬਾਰਡਰ, ਜਿਹੜਾ ਆਪਣਾ ਜਿਹੜਾ ਸ਼ੰਭੂ ਬਾਰਡਰ ਨੂੰ ਕਰੋ। ਹਾਂ, ਤੇ ਸਾਨੂੰ ਕਿਸੇ ਰੋਕਿਆ ਨਹੀਂ, ਉਦੋਂ ਅਜੇ ਰੋਕਦੇ ਨਹੀਂ ਸੀ। ਉੱਤੇ ਅਸੀਂ ਉੱਥੇ ਤੇਲ ਪਾਉਣਾ ਸੀ ਤੇ 4 ਕੁ ਸਿਪਾਹੀ ਸੀਗੇ, ਉਹ ਕਹਿੰਦੇ ਤੁਸੀਂ ਨਿਕਲ ਜਾਓ ਗਾਂ, ਇੱਥੇ ਸਾਨੂੰ ਐਵੇਂ ਕਹਿਣਗੇ। ਅਗਲੇ ਦਿਨ 26 ਨੂੰ ਲਾਇਆ ਉੱਥੇ ਨਾਕਾ। ਅਸੀਂ ਤਾਂ ਕੁਰਕਸ਼ੇਤਰ ਪਹੁੰਚ ਗਏ ਸਵੇਰੇ ਦਿਨ ਚੜ੍ਹਦੇ ਨੂੰ। ਫਿਰ ਉਹ ਮਹਾਂ ਪੰਚਾਇਤ ਕਰਕੇ ਹਰਿਆਣੇ ਵਾਲੇ ਨਿਕਲੇ ਤੇ ਉਹਨਾਂ ਦੇ ਨਾਲ ਰਲ ਕੇ ਅਸੀਂ ਟਰਾਲੀਆਂ ਵਾਹਵਾ ਹੋ ਗਈਆਂ, ਤੇ ਫਿਰ ਅਸੀਂ ਜਾ ਕੇ ਕਰਨਾਲ ਜਾ ਕੇ ਲੰਗਰ ਛਕਿਆ। ਉਹ ਤੋਂ ਗਾਂ ਅਸੀਂ ਜਾ ਕੇ ਫਿਰ ਸੋਨੀਪਤ ਰਾਤ ਰਹੇ, ਤੇ ਸਵੇਰੇ 27 ਨੂੰ ਅਸੀਂ ਚੱਲ ਕੇ ਉੱਥੇ ਸਿੰਘੂ ਬਾਰਡਰ 'ਤੇ ਪਹੁੰਚ ਗਏ। ਜਦੋਂ ਉੱਥੇ ਗਏ ਆ ਤੇ ਜਦੋਂ ਅੱਗੜ ਪਿਛੜ ਕਾਹਲੀ ਜਿਹੀ ਟਰਾਲੀਆਂ ਉੱਥੇ ਲਾਉਣ ਦੀ, ਤੇ ਉਦੋਂ ਫਿਰ ਉੱਠ ਕੇ ਗਏ ਵੀ ਅੱਗੇ ਵੀ ਅਸੀਂ ਜਾਣਾ, ਕਿਉਂਕਿ ਜੰਤਰ ਮੰਤਰ ਦੀ ਰੈਲੀ ਸੀ 25-26 ਤਰੀਕ ਦੀ, 2 ਦਿਨ ਦੀ। ਤੇ ਜਦੋਂ ਉੱਥੇ ਗਏ ਆ ਤੇ ਉਹਨਾਂ ਅੱਗੇ ਬੈਰੀਗੇਡ ਲਾਏ ਸੀ, ਜਾਣ ਨਹੀਂ ਸੀ ਦਿੰਦੇ। ਜਦੋਂ ਉੱਥੇ ਗਏ ਆ ਤੇ ਮੁੜ ਕੇ ਸਾਰੇ ਲੋਕ ਜਦੋਂ ਇਕੱਠੇ ਹੋ ਗਏ ਆ ਤੇ ਸਾਥੀਆਂ ਨੂੰ ਉਹਨਾਂ ਨੇ ਬਈ ਨਹੀਂ ਗਾਂ ਜਾਣ ਦੇਣਾ, ਅਥਰੂ ਗੈਸ ਵੀ ਛੱਡੀ, ਡਾਂਗਾਂ ਵੀ ਭਰਾਈਆਂ। ਉਹਦੇ ਤਹਿਤ ਹੀ ਇਹਨਾਂ ਸਾਥੀਆਂ ਦੇ ਡਾਂਗਾਂ ਵੱਜੀਆਂ, ਕੁਛ ਬਚ ਗਏ, ਕਈਆਂ ਨੂੰ ਹਨੇਰੇ ਪਤਾ ਨਹੀਂ ਲੱਗਦਾ, ਅਸੀਂ ਵੀ ਨਾਲ ਹੀ ਸੀ ਉਦੋਂ। ਚਲੋ ਆ ਗਏ ਨਾ, ਸਾਨੂੰ ਪਤਾ ਹੀ ਆ ਵੀ ਜਦੋਂ ਅਸੀਂ ਕੋਈ ਸੰਘਰਸ਼ ਕਰਦੇ ਹਾਂ ਇੱਦਾਂ ਦੀਆਂ ਕਹਾਣੀਆਂ ਵਾਪਰ ਸਕਦੀਆਂ ਤੇ ਕਦੀ ਕੁਛ ਵੀ ਵਾਪਰ ਸਕਦਾ। ਫਿਰ ਬਾਅਦ 'ਚ ਇਹੋ ਹੀ ਘਟਨਾ ਆਈ ਕਿ ਸਾਰੇ ਕਹਿੰਦੇ ਵੀ ਤੁਹਾਨੂੰ ਕੁਝ VP ਸਿੰਘ ਤੇ ਜੋਗਿੰਦਰ ਯਾਦਵ ਨੂੰ ਲੈ ਕੇ ਆਏ ਪੁਲਿਸ ਵਾਲੇ, ਬਿਠਾਲ ਕੇ ਵੀ ਤੁਸੀਂ ਬਰਾੜੀ ਚਲੇ ਜਾਓ। ਸਾਨੂੰ ਉਦੋਂ ਟਾਈਮ ਨਹੀਂ ਸੀ ਪਤਾ ਕਿ ਬਰਾੜੀ ਥਾਂ ਮਿਲ ਗਿਆ। VM ਸਿੰਘ ਨੇ ਪਹਿਲਾਂ ਵੀ ਜਿਹੜਾ ਕਨਵੀਨਰ ਸੀ ਉਹ ਕਹਿੰਦਾ ਤੁਸੀਂ ਆਇਓ ਨਾ, ਕਰੋਨਾ ਬਹੁਤ ਆ, ਪਰ ਫਿਰ ਵੀ ਲੋਕਾਂ ਕਿਹਾ ਵੀ 6-6 ਮਹੀਨਿਆਂ ਲੈ ਕੇ ਤੇਰੇ ਲੰਗਰ ਤੇ ਨਹੀਂ ਬੈਠੇ, ਅਸੀਂ ਮੋਰਚਾ ਲਾਵਾਂਗੇ, ਲਗਾਤਾਰ ਰਵਾਂਗੇ ਉੱਥੇ ਤੇ ਜਾਵਾਂਗੇ। ਜਦੋਂ ਪਤਾ ਲੱਗਿਆ ਵੀ ਬਰਾੜੀ ਇੱਕ ਨਿਰੰਕਾਰੀ ਭਵਨ ਆ, ਉਹ ਜੇਲ੍ਹ ਵਰਗਾ ਹੀ ਆ, ਤੇ ਫਿਰ ਬਹੁਤ ਸਾਰੇ ਜਥੇਬੰਦੀਆਂ ਕਹਿੰਦੀਆਂ, ਪਰ ਸਾਡੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਅਸੀਂ ਉੱਥੇ ਬਰਾੜੀ ਨਹੀਂ ਜਾਣਾ, ਉੱਥੋਂ ਇੱਥੇ ਠੀਕ ਹੈ, ਇੱਥੇ ਮੋਰਚਾ ਲੱਗਾ। ਲਗਾਤਾਰ ਸਾਡਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਬੋਲਿਆ ਵੀ ਅਸੀਂ ਇੱਥੇ ਨਹੀਂ ਜਾਵਾਂਗੇ, ਜਿਹਨੇ ਜਾਣਾ ਚਲੇ ਜਾ, ਜਿਹਨੇ ਰਹਿਣਾ ਰਵੇ। ਅਸੀਂ ਫਿਰ ਉੱਥੇ ਡਟੇ ਰਹੇ। ਲਗਭਗ ਲੋਕ ਸਾਰੇ ਹੀ ਮੁੜ ਕੇ ਲੋਕ ਡਟ ਗਏ ਉੱਥੇ ਮੋਰਚਾ ਲੱਗ ਗਿਆ, ਉਹਨੇ ਇਤਿਹਾਸ ਸਿਰਜਿਆ ਤੇ ਲਗਾਤਾਰ ਇਤਿਹਾਸ ਸਿਰਜੀ ਰਿਹਾ ਸੀ। ਪਰ 19 ਤਰੀਕ ਨੂੰ ਗੁਰੂ ਨਾਨਕ ਦੇ ਪ੍ਰਗਟ ਦਿਹਾੜੇ ਤੇ ਜਿਹੜਾ ਹੁਣ ਮੋਦੀ ਨੇ ਕੀਤਾ, ਇਹ ਹੋਰ ਇਤਿਹਾਸ ਬਣ ਗਿਆ।
ਸਾਨੂੰ ਪਤਾ ਸੀ ਕਿ ਮੋਦੀ ਫਾਸ਼ੀ ਬੰਦਾ ਵਾ, ਇਹਨੇ ਛੇਤੀ ਮੰਨਣਾ ਨਹੀਂ ਹੈ, ਕਿਉਂਕਿ ਫਾਸ਼ਿਜ਼ਮ ਦੇ ਰੱਥ ਨੂੰ ਇਹ ਕਿਸਾਨ ਘੋਲ ਨੇ ਰੋਕਿਆ, ਕਿਉਂਕਿ ਵਿਰੋਧੀ ਧਿਰ ਵੀ ਬਹੁਤ ਛੋਟੀ ਜਿਹੀ ਕਮਜ਼ੋਰ ਧਿਰ ਆ। ਇਸ ਕਰਕੇ ਉਹ ਕਾਂਗਰਸ ਜਿਹਦੀਆਂ ਕਿਤੇ ਰਾਜੀਵ ਗਾਂਧੀ ਦੇ ਟਾਈਮ 403 ਸੀਟਾਂ ਸੀ, ਅੱਜ ਸਾਰੀਆਂ 46 ਉੱਥੇ ਵਿਰੋਧੀ ਧਿਰ ਦੇ ਸੀਟਾਂ ਵੀ ਪੂਰੀਆਂ ਨਹੀਂ ਹੈ। ਇਸ ਕਰਕੇ ਕਿਸਾਨ ਘੋਲ ਨੂੰ ਇਹ ਸਿਰਾ ਜਾਂਦਾ ਕਿ ਇਹਨਾਂ ਨੇ ਵਿਰੋਧੀ ਧਿਰ ਦਾ ਵੀ ਰੋਲ ਨਿਭਾਇਆ ਤੇ ਲੋਕਾਂ ਨੂੰ, ਜਿਹੜੇ ਸਿਆਸੀ ਲੋਕ ਸੀ ਜਿਹੜੇ ਡਰਦੇ ਸੀ, ਉਹਨਾਂ ਨੂੰ ਬੋਲਣਾ ਲਾਇਆ, ਕਿਉਂਕਿ ਸਾਰੇ ਹੀ ਸਾਮਰਾਜ ਦੇ ਦਲਾਲ ਹੈ। ਥੋੜ੍ਹੀ ਬਹੁਤੀ ਕੋਈ ਛੋਟਾ ਦਲਾਲ ਹੈ, ਕੋਈ ਵੱਡਾ ਦਲਾਲ ਹੈ, ਦਲਾਲੀਆਂ ਲੈਂਦੇ, ਇਸ ਕਰਕੇ ਇਹਨਾਂ ਨੂੰ ਡਰ ਰਹਿੰਦਾ ਵੀ ਸਾਡੇ 'ਤੇ ਈਡੀ CBI ਦਾ ਛਾਪਾ, ਕਿਉਂਕਿ ਚੋਰਾਂ ਨੂੰ ਡਰ ਹੁੰਦਾ, ਇਸ ਕਰਕੇ ਬੋਲਦੇ ਨਹੀਂ ਸੀ। ਕਿਸਾਨ ਘੋਲ ਨੂੰ ਕੋਈ ਡਰ ਨਹੀਂ ਸੀ, ਇਸ ਕਰਕੇ ਬੋਲੇ। ਉਹ ਆਪਣੀ ਜ਼ਮੀਰ ਤੇ ਜਗੀਰ ਬਚਾਉਣ ਲਈ, ਜਲ ਤੇ ਜੰਗਲ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੇ ਸੀ ਤੇ ਲਗਾਤਾਰ ਇਸ ਕਰਕੇ ਵੀ 24 ਤੱਕ ਵੀ ਸਾਨੂੰ ਜਾਵਾਂਗੇ। ਬੰਗਾਲ ਦੀਆਂ ਚੋਣਾਂ 'ਚ ਵੀ ਅਸੀਂ ਡਟ ਕੇ ਸਪੋਰਟ ਕੀਤੀ ਆ ਵੀ ਇਹਨੂੰ ਨਾ ਵੋਟ ਪਾਇਓ ਭਾਜਪਾ ਨੂੰ, ਹੋਰ ਜਿਹਨੂੰ ਮਰਜ਼ੀ ਵੋਟ ਪਾ ਲਿਓ। ਹੁਣ ਵੀ 5 ਸਟੇਟਾਂ ਦੀਆਂ ਹੈਗੀਆਂ, ਹੁਣ ਇਕੱਲੇ ਘੋਲ ਕਰਕੇ ਨਹੀਂ ਹੈ। ਮਹਿੰਗਾਈ ਵੀ ਬਹੁਤ ਸਿਖਰ 'ਤੇ ਚੱਲ ਗਈ। ਪਿਛਲੇ ਸਾਲ ਜਦੋਂ ਤੁਰੇ ਸੀ ਸਾਰੇ ਹੀ ਰਿਫਾਈਨਡ ਆਇਲ ਜਿਹੜੇ 100 ਤੋਂ ਥੱਲੇ ਸੀ, ਜਦੋਂ ਦੁਬਾਰਾ ਆ ਕੇ ਵਾਢੀਆਂ 'ਚ ਆਏ ਆ ਤੇ ਮੁੜ ਕੇ ਸਾਰੇ ਹੀ ਦੁੱਗਣੇ ਰੇਟ ਸੀਗੇ। ਇਸ ਵੇਲੇ ਦੁੱਗਣੀ ਮਹਿੰਗਾਈ ਆ, ਉਹਨੇ ਵੀ ਥੋੜ੍ਹਾ ਅਸਰ ਪਾਇਆ, ਕਿਉਂਕਿ ਜਦੋਂ ਸਾਰਾ ਧਨ ਜਾਂਦਾ ਵੇਖੀ ਅੱਧਾ ਦਈਏ ਲਟਾ, ਤੇ ਮੋਦੀ ਨੂੰ ਹੁਣ ਲੱਗਿਆ ਕਿ ਮੇਰੇ ਕੋਲ ਯੂਪੀ ਖੜ ਜਾਣੀ ਆ, ਮੇਰੇ ਤੋਂ ਉੱਤਰਾਖੰਡ ਚਲੇ ਜਾਣਾ, ਪੰਜਾਬ 'ਚ ਤਾਂ ਮੈਨੂੰ ਵੰਡ ਨਹੀਂ ਦਿੰਦੇ, ਹਰਿਆਣੇ 'ਚ ਮੇਰੀ ਸਰਕਾਰ ਆ ਪਰ ਇਹਨਾਂ ਨੇ ਪੈਰ ਨਹੀਂ ਲੱਗਣ ਦਿੰਦੇ, ਸਾਡੇ ਘਰਾਂ ਨੂੰ ਤੋਂ ਬਾਹਰ ਨਹੀਂ ਨਿਕਲਦੇ, ਇਸ ਕਰਕੇ ਸਾਡਾ ਦਾਣਾ ਪਾਣੀ ਬੰਦ ਕੀਤਾ। ਇਹ ਮੰਗਾਂ ਮੰਨਣੀਆਂ ਪੈਣੀਆਂ, ਆਪਣੀ ਮਜਬੂਰੀ ਬਸ ਆਪਣੀ ਪਾਰਟੀ ਦੇ ਪੰਜਾਬ ਦੇ ਲੋਕਾਂ ਨੂੰ ਸੱਦ ਕੇ ਕਰਕੇ ਤੇ ਫਿਰ ਗੁਰੂ ਨਾਨਕ ਦੇ ਪ੍ਰਗਟ ਦਿਹਾੜੇ 'ਤੇ ਸਿੱਖਾਂ ਦੀਆਂ ਭਾਵਨਾ ਨੂੰ ਕੈਸ਼ ਕਰਨ ਦੇ ਲਈ ਉਹਨੇ ਆਪਣਾ ਐਲਾਨ ਕੀਤਾ। ਜਿੱਦਾਂ ਐਲਾਨ ਐਤਕੀ ਵੀ ਉਦੋਂ ਕੀਤਾ, ਕਿਸੇ ਨੂੰ ਆਪਣੀ ਕੈਬਨਿਟ ਨੂੰ ਨਹੀਂ ਪੁੱਛਿਆ, ਕਿਸੇ ਨੂੰ ਜਿੱਦਾਂ ਅੱਗੇ ਪਹਿਲੋਂ ਐਲਾਨ ਕਰਦਾ ਰਿਹਾ 370 ਤੋੜਨ ਦਾ, ਨੋਟਬੰਦੀ ਦਾ, 3 ਤਲਾਕ ਵਾਲਾ ਮਾਮਲਾ, ਬਾਬਰੀ ਮਸਜਿਦ ਵਾਲਾ ਫੈਸਲਾ, ਜਿੱਦਾਂ ਆਪਣੀ ਮਰਜ਼ੀ ਨਾਲ ਕਰਦਾ ਰਿਹਾ। ਇਹ ਕਿਸਾਨ ਘੋਲ ਨਹੀਂ ਉਹਦਾ ਰੋਕਿਆ ਤੇ ਇਹ ਇਤਿਹਾਸਕ ਘੋਲ ਆ। ਇਹਨੇ ਸੰਸਾਰ ਪੱਧਰ 'ਤੇ ਉਹ ਨੀਤੀਆਂ ਜਿਹੜੀਆਂ 90-91 ਤੋਂ ਚੱਲ ਰਹੀਆਂ ਸੀ, ਪ੍ਰਾਈਵੇਟ ਕਰਨ, ਅਦਾਰੀਕਰਨ, ਨਿੱਜੀਕਰਨ ਤੋਂ ਸੰਸਾਰੀਕਰਨ, ਉਹਨੂੰ ਪਿਛਲ ਮੋੜਿਆ ਤੇ ਜਿਹੜਾ ਸਾਰਾ ਕੁਛ ਹੀ ਵੇਚਣ 'ਤੇ ਲਾਇਆ ਹੋਇਆ ਸਾਰਾ ਸੰਸਾਰ ਆ। ਹੁਣੇ ਕੱਲ੍ਹ ਪਰਸੋਂ ਹੀ ਅਜੇ BCL ਤੇ ਦੂਜੀ ਇੱਕ ਸੰਚਾਰ ਦੀ ਕੰਪਨੀਆਂ ਜਿਹੜੀਆਂ ਵੇਚੀਆਂ ਬਹੁਤ ਥੋੜ੍ਹੇ ਜਿਹੇ ਰੇਟ 'ਤੇ, ਇਹ ਸਾਰੇ ਲੋਕਾਂ ਦਾ ਹਿੱਸਾ ਉਹਦੇ 'ਚ, ਸਾਰੇ ਲੋਕਾਂ ਦੇ ਟੈਕਸਾਂ ਤੋਂ ਬਣਿਆ। ਇਹ ਕੋਈ ਮੋਦੀ ਦਾ ਜਾਂ ਸ਼ਾਹ ਦਾ ਨਹੀਂ ਹੈ, ਜਾਂ ਇਹ ਰਾਜ ਕਰਦੀਆਂ ਧਿਰਾਂ ਦਾ ਨਹੀਂ ਹੈ, ਸਾਰਿਆਂ ਲੋਕਾਂ ਦੀ ਪ੍ਰਾਪਰਟੀ ਹੈ। ਲਗਾਤਾਰ ਸਰਕਾਰੀ ਪ੍ਰਾਪਰਟੀਆਂ, ਸਾਰਾ ਕੁਛ ਵੇਚਿਆ ਜਾ ਰਿਹਾ, ਸਾਰਾ ਕੁਛ ਪ੍ਰਾਈਵੇਟ ਕੀਤਾ ਜਾ ਰਿਹਾ। ਜਿਹੜੀ ਸਾਡੀ ਅਰਥ ਵਿਵਸਥਾ ਅੱਗੇ ਰਲੀ ਮਿਲੀ ਅਰਥ ਵਿਵਸਥਾ ਸੀ, ਹੁਣ ਸਾਰਾ ਕੁਛ ਨਿੱਜੀਕਰਨ ਕੀਤਾ ਜਾ ਰਿਹਾ। ਇਹ ਸਾਰਾ ਕੁਛ ਦੇਸ਼ ਦੇ ਵਿਰੋਧੀ ਆ, ਇਸ ਕਰਕੇ ਉਹ ਸਾਰਾ ਕੁਛ ਸਮਝਦਿਆਂ ਹੋਇਆਂ ਇਸ ਕਰਕੇ ਘੋਲ ਨੂੰ ਵਿਸ਼ਾਲ ਤੇ ਲੰਬਾ ਕਰਨ ਡਏ ਆ, ਲਗਾਤਾਰ ਜਿੱਦੇ ਆ, ਕਿਉਂਕਿ ਹੁਣ ਵੀ ਸਾਡਾ ਘੋਲ ਉਦੋਂ ਤੱਕ ਜਾਰੀ ਰਹਿਣਾ ਜਿੱਦਾਂ ਉਹ ਪਹਿਲਾ ਪ੍ਰੋਸੈਸ ਕੀਤਾ ਸੀ ਪਾਰਲੀਮੈਂਟ 'ਚ ਪੇਸ਼ ਕਰਨਾ। ਉਹ ਦੂਜਾ ਬਿਜਲੀ ਐਕਟ 2021 ਜਿਹੜਾ ਹੈ ਪਰਾਲੀ ਵਾਲਾ ਹੈਗਾ, ਮਿਨੀਮਮ ਸਪੋਰਟ ਪ੍ਰਾਈਸ ਆ, ਜਿਹਨੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ। ਇਹ 23 ਫਸਲਾਂ ਦੇ ਭਾਅ ਮਿਲਦੇ ਆ, ਪਰ ਖੜਦੇ ਦੋ 'ਚ ਹੀ ਆ। ਜੇ ਸਾਰੀਆਂ 23 ਜੇ ਮਿਨੀਮਮ ਸਪੋਰਟ ਪ੍ਰਾਈਸ ਦੀ ਗਰੰਟੀ ਹੋ ਜਾਏ ਤਾਂ ਅਸੀਂ ਸਾਰੀਆਂ ਫਸਲਾਂ ਬੀਜਾਂਗੇ, ਸਾਰਾ ਕੁਝ ਸਾਨੂੰ ਉਹ 'ਚੋਂ ਪ੍ਰਾਪਤ ਹੋਊਗਾ। ਉਤੇ ਡਿਵਰਸੀਫਿਕੇਸ਼ਨ ਹੋ ਗਿਆ, ਪੰਜਾਬ ਬੰਜਰ ਹੋਣੋਂ ਬਚੇਗਾ। ਸਾਡੀਆਂ ਮੰਗਾਂ ਅਜੇ ਵੀ ਬਰਕਰਾਰ ਨੇ, ਕਿਉਂਕਿ ਉਹ ਜਿਹੜੇ 700 ਕਿਸਾਨ ਸ਼ਹੀਦ ਹੋ ਗਿਆ, ਉਹਨਾਂ ਲਈ ਵੀ ਉਹਨਾਂ ਨੂੰ ਅਜੇ ਸ਼ਹੀਦ ਨਹੀਂ ਮੰਨਿਆ, ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਉਹਨੇ ਅਜੇ ਵੀ। ਉਹ ਜਦੋਂ ਬੋਲਦਾ ਸੀ ਕਹਿੰਦਾ ਵੀ ਕਿ ਤਪੱਸਿਆ 'ਚ ਕੋਈ ਕਮਜ਼ੋਰੀ ਹੈ ਕਿ ਅਸੀਂ ਕੁਝ ਹਿੱਸੇ ਨੂੰ ਸਮਝਾ ਨਹੀਂ ਸਕੇ। ਅਜੇ ਵੀ ਉਹਦੇ ਮਨ 'ਚ ਹੈ ਵੀ ਕੁਝ ਹਿੱਸਾ ਆ, ਥੋੜ੍ਹੇ ਕਿਸਾਨ ਆ, ਬਹੁਤੇ ਮੇਰੇ ਕਿਸਾਨ ਆ, ਮੇਰੇ ਮਗਰ ਹੈ, ਤੇ ਇਸ ਕਰਕੇ ਉਹਦਾ ਭਰਮ ਭੁਲੇਖਾ ਤੋੜਨ ਦੇ ਲਈ ਜਿੰਨੇ ਚਿਰ ਉਹ ਸਾਰਾ ਪ੍ਰੋਸੈਸ ਪੂਰਾ ਨਹੀਂ ਹੁੰਦਾ, ਮੰਗਾਂ ਮੰਨੀਆਂ ਨਹੀਂ ਜਾਂਦੀਆਂ ਕਿਸਾਨਾਂ ਨੂੰ। ਕਿਸਾਨ ਮੋਰਚਿਆਂ ਦੇ ਉੱਤੇ ਅਜੇ ਵੀ ਡਟੇ ਨੇ। ਹਾਲਾਂਕਿ ਕੈਬਨਿਟ ਦੇ ਵਿੱਚ ਅੱਜ ਕਿਹਾ ਹੈ ਬਿੱਲ ਨੂੰ ਮਨਜ਼ੂਰੀ ਜਿਹੜੀ ਅਸਹਿਮਤੀ ਹੋਈ ਹੈ ਵੀ ਉਹ ਖੇਤੀ ਕਾਨੂੰਨ ਰੱਦ ਹੋਣਗੇ। ਸੁਖਦੇਵ ਸਿੰਘ ਜੀ, ਜਦੋਂ ਫੋਟੋ ਘਰਦਿਆਂ ਨੇ ਦੇਖੀ ਹੋਊਗੀ ਫਿਰ ਰੋਕਿਆ ਨਹੀਂ ਵੀ ਅਗਲੀ ਵਾਰ ਹੁਣ ਦਿੱਲੀ ਨਾ ਜਾਓ? ਨਹੀਂ, ਉਹਨਾਂ ਨੇ ਰੋਕਿਆ, ਉਹਨਾਂ ਮੈਨੂੰ ਹੌਸਲਾ ਹੀ ਦਿੱਤਾ। ਸਾਡੇ ਘਰ ਦੇ ਜਿਹੜੇ ਚੜ੍ਹਦੀ ਕਲਾ ਵਾਲੇ ਆ, ਉਹਨਾਂ ਮੈਨੂੰ ਹੌਸਲਾ ਦਿੱਤਾ ਭਾਵੇਂ ਤੂੰ ਇੱਥੇ ਡਰਿਆ ਰਹਿਣਾ ਵਾ, ਜਦੋਂ ਖਤਮ ਹੋਇਆ ਘੋਲ ਉਦੋਂ ਹੀ ਹੋਣਾ। ਅੱਛਾ, ਜਦੋਂ ਉਹ ਡਾਂਗਾਂ ਵਰ ਰਹੀਆਂ ਸੀਗੀਆਂ ਉੱਥੇ ਫਿਰ ਉਸ ਤੋਂ ਪਹਿਲਾਂ ਵੀ ਜਦੋਂ ਇੱਕ ਤਾਂ ਤਸਵੀਰ ਵਾਇਰਲ ਹੋ ਗਈ ਜਦੋਂ ਤੁਹਾਡੇ ਮਾਰਦੇ ਡਾਂਗ ਸੀਗੀ ਤੇ ਉਹ ਤਸਵੀਰ ਸਾਰਿਆਂ ਨੇ ਦੇਖ ਲਈ, ਉਸ ਤੋਂ ਪਹਿਲਾਂ ਕਿੰਨੀਆਂ ਕੁ ਵੱਜ ਗਈਆਂ ਸੀ? ਉਸ ਤੋਂ ਪਹਿਲਾਂ ਮੇਰੇ ਵਾਹ ਵੱਜੀਆਂ ਸੀ। ਇਹ ਪਤਾ ਨਹੀਂ ਕਿਹੜੇ ਵੇਲੇ ਉਹਨੇ ਫੋਟੋ ਖਿੱਚ ਲਿਆ। ਇਹ ਜਦੋਂ ਮੇਰੇ ਮਾਰਦਾ ਹੈਗਾ ਤੇ ਮੇਰੇ ਹੱਥ 'ਚ ਕੁਛ ਨਹੀਂ, ਤੇ ਡਾਂਗਾ ਮਾਰਦਾ, ਪਿਛਲਿਆਂ ਨੇ ਬਹੁਤ ਆਣ ਕੇ ਮੈਨੂੰ ਕੁੱਟਿਆ ਜਿਹੜੇ ਮੇਰੇ ਮਗਰਲੇ ਬੰਨੇ ਖੜੇ। ਅੱਛਾ, ਹਾਂਜੀ। ਤਾਂ ਉਮਰ 60 ਸਾਲ ਦੀ ਹੈ, ਫਿਰ ਸਰੀਰਕ ਤੌਰ 'ਤੇ ਅੱਜ ਵੀ ਕਾਇਮ ਹੋ ਜਾਂਦੇ ਹੋ ਜਦੋਂ ਮੋਰਚੇ ਦੇ ਵਿੱਚ? ਸਾਨੂੰ ਉੱਥੇ ਜਾ ਕੇ ਹੌਸਲਾ ਬਹੁਤ ਹੁੰਦਾ, ਸਾਡਾ ਜੋਸ਼ ਹੀ ਬਹੁਤ ਵੱਧ ਜਾਂਦਾ। ਉੱਥੇ ਮੋਰਚੇ 'ਚ ਜਾਈਦਾ ਵਾ ਤੇ ਉੱਥੇ ਹੌਸਲਾ ਸਾਡਾ ਬਹੁਤ ਜ਼ਿਆਦਾ ਵੱਧ ਜਾਂਦਾ ਵਾ। ਅੱਛਾ, ਕੀ ਲੱਗਦਾ ਵੀ ਹੁਣ ਮੋਰਚਾ ਫਤਿਹ ਕਰ ਲਿਆ, ਜਿੱਤ ਲਿਆ, ਹੁਣ ਘਰ ਨੂੰ ਵਾਪਸ ਆ ਜਾਵਾਂਗੇ? ਕਿਉਂਕਿ ਅਜੇ ਤੱਕ ਥੋੜ੍ਹਾ ਪ੍ਰੋਸੈਸ ਹੋਰ ਹੈ, ਮੰਗਾਂ ਵੀ ਹੋਰ ਹੈਗੀਆਂ ਨੇ ਅਜੇ। ਇਹ ਜੀ ਮੋਰਚਾ, ਇਹ ਜਿੰਨੀਆਂ ਮੰਗਾਂ ਸਾਡੀਆਂ ਉਹ ਪੂਰੀਆਂ ਕਰੂਗਾ ਤੇ ਫੇਰ ਅਸੀਂ ਵਾਪਸ ਆਵਾਂਗੇ।
ਨਹੀਂ ਤੇ ਐਂ ਅਜੇ ਵੀ ਡਟੇ ਰਹੋਗੇ, ਡਾਂਗਾ ਡੂੰਗਾ ਦਾ ਡਰ ਨਹੀਂ ਹੈ? ਅੱਜ ਡਟੇ ਰਵਾਂਗੇ, ਡਾਂਗਾ ਦਾ ਸਾਨੂੰ ਕੋਈ ਡਰ ਡੁਰ ਨਹੀਂਗਾ, ਭਾਵੇਂ ਹੋਰ ਵੱਜਣ 4 ਉਹ ਵੀ ਸਵਾਂਗੇ। ਤਾਂ ਖੇਤੀਬਾੜੀ ਤੁਸੀਂ ਦੱਸਿਆ ਵੀ 1 ਕਿੱਲੇ ਦੇ ਵਿੱਚੋਂ ਆਪਣੀ ਜ਼ਮੀਨ ਹੈਗੀ ਹੈ, ਬਾਕੀ ਠੇਕੇ ਦੇ ਉੱਤੇ ਵਾਹੁੰਦੇ ਹੋ ਜਾਂ ਮੱਝਾਂ ਰੱਖੀਆਂ ਨੇ, ਦੁੱਧ ਡੇਅਰੀ ਪਾਉਂਦੇ ਹੋ, ਤਾਂ ਗੁਜ਼ਾਰਾ ਠੀਕ ਠਾਕ ਚੱਲਦਾ ਇਹਦੇ ਨਾਲ? ਗੁਜ਼ਾਰਾ ਤੁਹਾਨੂੰ ਪਤਾ ਹੀ ਆ, ਮਾੜਾ ਮੋਟਾ ਚੱਲਦਾ, ਠੇਕੇ ਤੇ ਲੈ ਕੇ ਵਾਹੀ ਦੀ ਆ, ਤੇ ਬਾਕੀ ਮੱਝਾਂ ਮੁੱਝਾਂ ਰੱਖੀਆਂ, ਦੁੱਧ ਪਾ ਕੇ ਗੁਜ਼ਾਰਾ ਮਹਾਂ ਚੱਲਦਾ ਜੀ। ਕਿੰਨਾ ਕੁ ਠੇਕਾ ਦੇਣਾ ਪੈਂਦਾ ਔਰ ਕਿੰਨੀ ਕੁ ਆਮਦਨ ਹੈਗੀ ਹੈ ਇਸ ਇਲਾਕੇ ਦੇ? ਠੇਕਾ ਕਿੱਲੇ ਦਾ 40,000 ਆ, ਤੇ ਠੇਕਾ ਤੇ ਆਮਦਨ ਤੁਹਾਨੂੰ ਪਤਾ ਵੀ ਆ, ਦੋਵਾਂ ਕਿੱਲੇ ਫਸਲਾਂ 'ਚੋਂ ਕਿੰਨੀ ਕੁ ਬਣਨੀ ਆ। ਤਾਂ ਇਹ ਵੀ ਦੁਖਾਂਤ ਹੈ ਕਿ ਕਿਸਾਨ ਹੈ ਉਹ ਟਾਈਮ ਪਾਸ ਕਰਦਾ, ਪਰ 1 ਸਾਲ ਲੱਗਦਾ, 1 ਸਾਲ ਵਿਚਾਰੇ ਕਿਸਾਨਾਂ ਨੇ ਸੜਕਾਂ ਦੇ ਉੱਤੇ ਕੱਟ ਲਿਆ, ਉਹ ਵੀ ਇੱਕ ਬਹੁਤ ਵੱਡਾ ਘਾਟਾ ਕਿਸਾਨਾਂ ਨੂੰ ਪਿਆ। ਹਾਂਜੀ ਘਾਟਾ ਤਾਂ ਪਿਆ ਹੀ ਹੈ, ਜਿਹੜਾ ਹੁਣ ਲਗਾਤਾਰ ਆਪਣੇ ਕੰਮ ਤੋਂ ਛੱਡ ਕੇ ਉੱਥੇ ਬਹਿਣਾ, ਉੱਥੇ ਪਰਿਵਾਰ ਤੋਂ ਦੂਰ ਰਹਿਣਾ, ਤੇ ਘਾਟਾ ਤਾਂ ਲਗਾਤਾਰ ਪੈ ਰਿਹਾ, ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦੇ ਹੋਈਏ ਫਿਰ ਇਹ ਸਾਰਾ ਕੁਝ ਜਰਨਾ ਪੈਂਦਾ, ਤੇ ਜਰਿਆ ਵੀ ਆ ਲੋਕਾਂ ਨੇ, ਤੇ ਲਗਾਤਾਰ ਸੰਘਰਸ਼ ਦੀ ਉਹਨਾਂ ਦਾ ਹੈਗਾ ਵੀ ਆ ਵੀ ਅਸੀਂ ਕੋਈ ਇਤਿਹਾਸ ਸਿਰਜ ਰਹੇ ਹਾਂ, ਲੜ ਰਹੇ ਹਾਂ। ਸੰਸਾਰ ਪੱਧਰ 'ਤੇ ਲੋਕਾਂ ਦੀ ਨਿਗਾਹ ਸਾਡੇ 'ਤੇ ਵੀ ਕਿਸਾਨ ਕੋਲ ਕੋਈ ਚੰਗਾ ਕੰਮ ਕਰੇਗਾ ਤੇ ਇਹ ਸਾਰੇ ਸੰਸਾਰ 'ਚ ਉਹ ਨੀਤੀਆਂ ਨੂੰ ਪਿਛਲ ਮੁੜਾਏਗਾ, ਕਿਉਂਕਿ 2008 ਦਾ ਮਤਵਾੜਾ ਚੱਲ ਰਿਹਾ ਸਾਰੇ ਸੰਸਾਰ 'ਚ, ਜਿਹੜਾ ਪ੍ਰਬੰਧ ਦਾ ਸਿਸਟਮ ਹੈ ਉਹਦੇ 'ਚ ਹੀ ਇਹਦੀ ਮੌਤ ਹੈ, ਕਿਉਂਕਿ ਜਿਹੜਾ ਜ਼ਿਆਦਾ ਧਨ ਆ ਥੋੜ੍ਹੇ ਲੋਕਾਂ ਕੋਲ ਇਕੱਠਾ ਹੋ ਰਿਹਾ ਸਾਰੇ ਸੰਸਾਰ 'ਚ। ਇਹ ਜਦੋਂ ਮੋਦੀ ਆਇਆ ਸੀ ਭਾਰਤ ਦੇ ਵਿੱਚ ਵੀ, ਉਦੋਂ 53 ਪੈਸੇ ਸੀ 14 'ਚ, 1% ਲੋਕਾਂ ਕੋਲ, ਸਾਡੇ 99 ਕੋਲ, ਸਾਡੇ ਕੋਲ ਉਦੋਂ 47 ਪੈਸੇ ਸੀ। ਇਹਦੇ ਹੁਣ ਜਾਂਦੇ ਜਾਂਦੇ 7-8 ਸਾਲਾਂ 'ਚ ਇੱਕ ਬੰਦੇ ਕੋਲ 73 ਪੈਸੇ ਹੋ ਗਿਆ, ਸਾਡੇ ਕੋਲ 99 ਕੋਲ 27 ਪੈਸੇ ਰਹਿ ਗਏ, 24 ਤੱਕ ਜਾਂਦਿਆਂ 1% ਲੋਕਾਂ ਕੋਲ 83 ਪੈਸੇ ਹੋ ਜਾਣੇ, ਸਾਡੇ ਕੋਲ 17 ਰਹਿ ਜਾਣੇ। ਇਸ ਕਰਕੇ ਲਗਾਤਾਰ ਮਤਵਾੜਾ ਵਧਣਾ, ਕਿਉਂਕਿ ਸਾਡੀ ਖਰੀਦ ਸ਼ਕਤੀ ਸੁੰਗੜਨੀ ਆ, ਇਹਦੇ ਵਿੱਚ ਹੀ ਇਹਦੀ ਮੌਤ ਆ। ਉਹ ਖਰੀਦ ਸ਼ਕਤੀ ਦਾ ਮਤਵਾੜਾ ਸਪਲਾਈ ਦਾ ਨਹੀਂ ਹੈ, ਮੰਗ ਦਾ ਮਤਵਾੜਾ ਹੈ। ਉਹ ਮੰਗ ਦੇ ਮਤਵਾੜੇ ਨੇ ਇਹਦੀ ਕਬਰ ਪੁੱਟਣੀ ਆ, ਕਿਉਂਕਿ ਕਈ ਵਾਰ ਇਹ ਸਾਮਰਾਜ ਜਿਹੜੀਆਂ ਆਪਣੀਆਂ ਨੀਤੀਆਂ ਬਣਾਉਣ ਡਿਆ, ਆਪਣਾ ਇਹ ਮਿਨੀਮਮ ਸਪੋਰਟ ਪ੍ਰਾਈਸ ਦਾ ਵੀ ਇਸੇ ਕਰਕੇ ਇਹਨੂੰ ਬੰਦ ਕਰ ਰਹੇ ਆ ਵੀ ਅਸੀਂ ਖਰੀਦਣਾ ਨਹੀਂ, FCI ਨੂੰ ਤੋੜ ਰਹੇ ਆ ਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਇਹ ਸਾਮਰਾਜ ਕਹਿੰਦਾ ਵੀ ਇਹ ਤੁਸੀਂ ਸਬਸਿਡੀ ਦੇ ਰਹੇ ਆ, ਉਹ ਆਪਣੀਆਂ ਸਬਸਿਡੀਆਂ ਜਾਰੀ ਰੱਖ ਰਿਹਾ। ਇਹ ਜਦੋਂ WTO ਬਣੀਆਂ, ਵਰਲਡ ਆਰਗੇਨ ਹੈਲਥ ਬਣੀਆਂ, ਸਾਰੀਆਂ ਡੰਕਲ ਤਜਵੀਜ਼ਾਂ ਆਈਆਂ, ਸਾਰੀਆਂ ਉਹਦੇ ਵਿੱਚ ਹਿੱਸਾ ਹੀ ਉਹਦੇ 'ਚ। ਹੁਣ ਫੈਸਲਾ ਲਿਆ ਕੇਂਦਰ ਸਰਕਾਰ ਦੇ ਵੱਲੋਂ, ਕਾਨੂੰਨਾਂ ਦੀ ਗੱਲ ਕਰ ਰਹੀ ਹੈ, ਜਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ, 2022 ਦੀਆਂ ਚੋਣਾਂ 'ਤੇ ਕੋਈ ਫਰਕ ਪਏਗਾ ਇਸ ਚੀਜ਼ ਦਾ? ਲੱਗਦਾ ਤੁਹਾਨੂੰ ਕੋਈ ਫਰਕ ਪਏਗਾ? ਫਰਕ ਤੇ ਉਹਨਾਂ ਨੂੰ ਵਹਿਮ ਆ ਵੀ ਫਰਕ ਨਹੀਂ ਪੈਣਾ, ਕਿਉਂਕਿ ਜਿੰਨਾ ਕਿ ਉਹਨਾਂ ਨੇ ਵਿਰੋਧ ਖੱਟ ਲਿਆ ਸਾਲ 'ਚ, ਜੋ ਕੁਛ ਸ਼੍ਰੋਮਣੀ ਕਮੇਟੀ ਨੇ ਜਿੰਨਾ ਸਿੱਖ ਧਰਮ ਦਾ ਨਹੀਂ ਇਤਿਹਾਸ 100 ਸਾਲ 'ਚ ਨਹੀਂ ਕੀਤਾ, ਉਹਨਾਂ ਇੱਕ ਘੋਲ ਨੇ ਉਹ ਸਾਡੇ ਜਿਹੜੇ ਗੁਰੂਆਂ ਦਾ ਸੀ ਸਾਰਾ ਇਤਿਹਾਸ ਉਹਨੂੰ ਉੱਪਰ ਲਿਆਂਦਾ, ਤੇ ਸਾਰਾ ਕੁਝ ਦੱਸਿਆ ਵੀ ਸਾਰਾ ਕੁਛ ਇਹ ਕਿੰਨਾ ਕੁਰਬਾਨੀ 250 ਸਾਲ ਦੀ ਕਿੰਨੀ ਕੁਰਬਾਨੀ ਹੈ ਗੁਰੂਆਂ ਦੀ। ਇਹ ਉਹ ਸਾਡੀਆਂ ਜੜ੍ਹਾਂ, ਸਾਡੀ ਵਿਰਾਸਤ ਉਹਦੇ ਨਾਲ ਜੁੜੀ ਆ, ਉਹਦੇ ਨਾਲ ਹੀ ਜੁੜ ਕੇ ਹੀ ਅਸੀਂ ਅਗਾਂਹ ਇਹ ਸੰਘਰਸ਼ ਕਰ ਰਹੇ ਹਾਂ। ਅਤੇ ਪਤਾ ਵੀ ਸਾਡੀ ਇਹ ਇਕੱਲੀ ਸਾਡੀ ਖੇਤੀ ਰੁਜ਼ਗਾਰ ਹੀ ਨਹੀਂ ਹੈ, ਇਹ ਸਾਡੀ ਵਿਰਾਸਤ ਹੈ, ਸਾਡੇ ਨਾਲ ਜੁੜੀ ਹੈ, ਸਾਡੇ ਸਰੀਰ ਨਾਲ ਸਾਂਝੀ ਹੋਈ ਹੈ ਖੇਤੀ। ਖੇਤੀ ਤੋਂ ਬਗੈਰ ਅਸੀਂ ਵੀ ਬਚ ਨਹੀਂ ਸਕਦੇ, ਜਿੱਦਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਬਚ ਸਕਦੀ, ਕਿਉਂਕਿ ਇਹ ਸਾਡੀ ਜੀਵਨ ਲਈ ਰੇਖਾ ਹੈ ਸਾਡੀ। ਇਸ ਕਰਕੇ ਇਹਨੂੰ ਬਚਾਉਣ ਲਈ, ਸਾਡੀ ਜ਼ਮੀਰ ਅਤੇ ਜ਼ਮੀਰਾਂ ਨੂੰ ਬਚਾਉਣ ਦੇ ਲਈ ਇਸ ਕਰਕੇ ਲੜਨ ਰਹੇ ਹਾਂ, ਕਿਉਂਕਿ ਸਾਡੇ ਬੱਚੇ ਵੀ ਅਜੇ +2 ਕਰਕੇ ਪੜ੍ਹਾਈ ਦਾ ਹੁਣ ਪਿੰਡਾਂ 'ਚ ਜੇ ਲਾਈਏ ਤਾਂ 4% ਬੱਚੇ ਸਿਰਫ ਹਾਇਰ ਐਜੂਕੇਸ਼ਨ ਪੜ੍ਹਦੇ, ਬਾਕੀ ਸਾਰੇ +2 ਕਰਕੇ ਬਾਹਰ ਨੂੰ ਤੁਰੇ ਜਾਂਦੇ ਆ। ਉੱਥੇ ਕੋਈ ਸੌਖਾ ਨਹੀਂ ਹੈ, 18-18 ਘੰਟੇ ਬੱਚੇ ਕੰਮ ਕਰਦੇ ਆ, ਕਿ ਯਾਰ ਰਾਤ ਨੂੰ ਇੰਨੇ ਥੱਕੇ ਹੁੰਦੇ ਆ, ਰੋਟੀ ਨਹੀਂ ਪਕਾਉਂਦੇ, ਉਹੀ ਬ੍ਰੈਡ ਬਰੂਡ ਖਾ ਕੇ ਗੁਜ਼ਾਰਾ ਕਰਦੇ, ਕਿ ਯਾਰ ਉਹਨਾਂ ਦਾ ਰੋਟੀ ਪਕਾਉਣ ਜੋਗੀ ਜ਼ਰੂਰਤ ਨਹੀਂ ਹੁੰਦੀ, ਇੰਨਾ ਥੱਕੇ ਟੁੱਟੇ ਹੁੰਦੇ ਆ, ਪਰ ਫਿਰ ਵੀ ਉਹ ਆਪਣੀ ਰੋਟੀ ਲਈ, ਰੁਜ਼ਗਾਰ ਲਈ ਜਾਂ ਸੈੱਟ ਹੋਣ ਦੇ ਲਈ ਸਾਰਾ ਕੁਝ ਕਰਨ ਦੇ। ਉੱਥੇ ਵੀ ਜਿਹੜਾ ਮਿਹਨਤ, ਹੱਡ ਭੰਨਵੀਂ ਮਿਹਨਤ ਉੱਥੇ ਵੀ ਕਰਨੀ ਪੈਂਦੀ ਹੈ। ਨੌਜਵਾਨ ਵੀ ਨੇ ਪਿੰਡ ਦੇ, ਬਈ ਬਾਪੂ ਜੀ ਉਹਨਾਂ ਦੀ ਫੋਟੋ ਇੱਕ ਬੜੀ ਵਾਇਰਲ ਹੋਈ ਸੀਗੀ, ਜਦੋਂ ਫੋਟੋ ਤੁਹਾਡੇ ਤੱਕ ਪਹੁੰਚੀ ਫਿਰ ਉਦੋਂ ਕਿਵੇਂ ਫਿਰ ਬਾਪੂ ਜੀ ਉਹਨਾਂ ਪ੍ਰਤੀ ਨਜ਼ਰੀਆ ਬਦਲਿਆ ਕਿ ਸੰਘਰਸ਼ ਨੂੰ ਲੈ ਕੇ? ਫੋਟੋ ਜਦੋਂ ਵਾਇਰਲ ਹੋਈ ਉਦੋਂ ਸ਼ੇਅਰ ਬਹੁਤ ਕੀਤੀ ਹੈ ਜੀ ਸਾਰਿਆਂ ਨੇ, ਆਲ ਵਰਲਡ 'ਚ ਹੀ ਸ਼ੇਅਰ ਹੋਈ ਆ, ਤੇ ਸਾਡੇ ਤਾਂ ਹੈਗੇ ਚਾਚਾ ਜੀ, ਅਸੀਂ ਤਾਂ ਇਹਨਾਂ ਦੇ ਨਾਂ ਦੇ ਨਾਲ ਹੋਰ ਮਸ਼ਹੂਰ ਹੋ ਗਏ। ਅੱਛਾ, ਫਿਰ ਬਾਪੂ ਜੀ ਕਹਿੰਦੇ, ਮੈਨੂੰ ਤਾਂ ਹੁਣ ਪਿੰਡ ਵਾਲੇ ਕਹਿੰਦੇ ਡਾਂਗਾ ਵਾਲਾ ਬਾਪੂ ਕਹਿੰਦੇ ਨੇ? ਹਾਂਜੀ, ਸਾਰੇ ਡਾਂਗਾ ਵਾਲਾ ਬਾਪੂ ਹੀ ਕਹਿੰਦੇ ਆ ਜੀ, ਪੂਰੇ ਪੰਜਾਬ 'ਚ ਹੀ ਡਾਂਗਾ ਵਾਲਾ ਬਾਪੂ ਵੱਜਦਾ ਜੀ, ਨਾ ਹੀ ਡਾਂਗਾ ਵਾਲਾ ਬਾਪੂ ਆ। ਫਿਰ ਮਾਣ ਵੀ ਮਹਿਸੂਸ ਹੁੰਦਾ ਹੋਊਗਾ ਵੀ ਸੰਘਰਸ਼ ਦੇ ਵਿੱਚ ਇੱਕ ਯੋਗਦਾਨ, ਚਲੋ ਹਰ ਬੰਦੇ ਦਾ ਯੋਗਦਾਨ ਹੈ ਜਿਹੜਾ ਉੱਥੇ ਪਹੁੰਚਿਆ, ਜਿਹਨੇ ਘਰ ਬੈਠ ਕੇ ਅਰਦਾਸਾਂ ਕੀਤੀਆਂ, ਉਹਦਾ ਵੀ ਮੈਂ ਕਹਿੰਦਾ ਵੀ ਵੱਡਾ ਯੋਗਦਾਨ ਹੈ। ਤਾਂ ਜਿਨ੍ਹਾਂ ਨੇ ਡਾਂਗਾ ਖਾ ਲੀਆਂ, ਪਿੰਡੇ ਤੇ ਸੰਘਰਸ਼ ਨੂੰ ਹੰਢਾ ਲਿਆ, ਦੁੱਖ ਤਕਲੀਫਾਂ ਹੰਢਾਈਆਂ, ਉੱਥੇ ਰਹਿ ਕੇ ਠੰਡਾਂ ਹੰਢਾਈਆਂ, ਤਾਂ ਇਸ ਚੀਜ਼ ਦਾ ਮਾਣ ਵੀ ਮਹਿਸੂਸ ਹੁੰਦਾ? ਹਾਂਜੀ, ਮਾਣ ਤਾਂ ਬਹੁਤ ਮਹਿਸੂਸ ਹੁੰਦਾ ਜੀ, ਕਿਉਂਕਿ ਸਾਡੇ ਬਜ਼ੁਰਗ ਆ, ਇਹਨਾਂ ਤੋਂ ਹੀ ਗਾਂ ਸਾਨੂੰ ਅੱਗੇ ਸਿਕਸ਼ਾ ਮਿਲਦੀ ਆ, ਇਹਨਾਂ ਦੇ ਨਾਲ ਹੀ ਅਸੀਂ ਸੰਘਰਸ਼ ਗਾਂ ਲੜਾਂਗੇ ਜਦੋਂ ਇਹਨਾਂ ਦੀ ਉਮਰ ਦੇ ਹੋ ਗਏ, ਜਾਂ ਹੁਣ ਵੀ ਲੜਦੇ ਆ, ਹੁਣ ਵੀ ਬਹੁਤ ਸਾਥ ਦਿੱਤਾ, ਦਿੱਲੀ ਵੀ ਜਾ ਕੇ ਆਏ ਆ, ਰਹਿ ਕੇ ਵੀ ਆਏ ਆ ਜੀ ਇਹਨਾਂ ਨਾਲ। ਤਾਂ ਬਿਲਕੁਲ ਨੌਜਵਾਨਾਂ ਦੇ ਹੌਸਲੇ ਵੀ ਬਾਪੂ ਨੇ ਬੁਲੰਦ ਕੀਤੇ ਨੇ। ਇੱਕ ਹੋਰ ਬਾਪੂ ਪਿੰਡ ਤੋਂ ਹੀ ਨੇ, ਤਾਂ ਚਲੋ ਕੁੱਲ ਮਿਲਾ ਕੇ ਆਪਾਂ ਬਾਪੂ ਜੀ ਦੇ ਨਾਲ ਮੁਲਾਕਾਤ ਕਰਵਾਉਣੀ ਸੀਗੀ, ਕਿਉਂਕਿ 1 ਸਾਲ ਕਿਸਾਨੀ ਸੰਘਰਸ਼ ਨੂੰ ਹੋ ਗਿਆ,
ਔਰ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਤਸਵੀਰਾਂ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਈਆਂ ਸੀ, ਕਿਉਂਕਿ ਇਹਨਾਂ ਨੂੰ ਲੋਕਾਂ ਨੇ ਡਾਂਗਾ ਖਾਂਦੇ ਦੇਖਿਆ, ਸੰਘਰਸ਼ ਦੇ ਵਿੱਚ ਠੰਡ 'ਚ ਰਾਤਾਂ ਕੱਟਦੇ ਦੇਖਿਆ, ਗਰਮੀ ਧੁੱਪ ਜਿਹੜੀ ਹੈ ਉਹ ਆਪਣੇ ਉੱਤੇ ਹੰਢਾਈ, ਪਰ ਸਿਦਕ ਤੋਂ ਡੋਲੇ ਨਹੀਂ, ਹੌਸਲੇ ਬੁਲੰਦ ਰੱਖੇ। ਇੱਕੋ ਹੀ ਮਨਸ਼ਾ ਸੀ ਕਿ ਜਿੱਤ ਕੇ ਪੰਜਾਬ ਵਾਪਸ ਜਾਵਾਂਗੇ। ਅਜੇ ਵੀ ਦਿੱਲੀ ਦੇ ਬਾਰਡਰਾਂ ਤੋਂ ਉੱਤੇ ਕਿਸਾਨ ਡਟੇ ਹੋਏ ਨੇ। ਆਉਣ ਵਾਲੇ ਸਰਦ ਰੁੱਤ ਇਜਲਾਸ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਐਲਾਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ। ਔਰ ਰਣਨੀਤੀਆਂ ਜਿਹੜੀਆਂ ਨੇ ਉਹ ਲਗਾਤਾਰ ਕਿਸਾਨਾਂ ਦੇ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ ਬਣਾਈਆਂ ਜਾ ਰਹੀਆਂ ਨੇ। ਲਗਾਤਾਰ ਨਵੀਂ ਵਿਉਂਤਬੰਦੀ ਕੀਤੀ ਜਾ ਰਹੀ ਹੈ ਔਰ ਉਮੀਦ ਹੈ ਕਿ ਇਹ ਖੇਤੀ ਕਾਨੂੰਨ ਜਲਦ ਰੱਦ ਹੋਣਗੇ ਔਰ ਇਹਨਾਂ ਦੇ ਨਾਲ ਜੋ ਕਿਸਾਨਾਂ ਦੀਆਂ ਹੋਰ ਮੰਗਾਂ ਨੇ ਉਹ ਵੀ ਪੂਰੀਆਂ ਹੋਣਗੀਆਂ ਔਰ ਸਾਡਾ ਪੰਜਾਬ ਦਾ ਕਿਸਾਨ, ਸਾਡੇ ਮੁਲਕ ਦਾ ਕਿਸਾਨ ਆਪਣੇ ਘਰਾਂ ਨੂੰ ਸੁੱਖੀ ਸਾਂਦੀ ਵਾਪਸ ਆਏਗਾ। ਕੈਮਰਾਮੈਨ ਨਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਕਪੂਰਥਲਾ।